Hello students, today I am teaching you our fourth chapter of English. Chapter name is 3 questions. Now let's start reading. Firstly, I am telling you this is very interesting story. In this story, the king wanted 3 questions. ਇਹਦੇ ਵਿੱਚ ਬੇਟਾ ਜੋ ਕਿੰਗ ਨੇ ਉਹ 3 ਕੁਐਸਚਨਸ ਦੇ ਆਨਸਰ ਲੱਭਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਹੈ ਕਿ ਜੇਕਰ ਉਹ 3 ਕੁਐਸਚਨ ਦੇ ਆਨਸਰਸ ਲੱਭ ਲੈਣਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਹਰਾ ਨਹੀਂ ਸਕਦੀ। ਤੋ ਸਟਾਰਟ ਕਰਦੇ ਹਾਂ ਰੀਡਿੰਗ। ਅ ਥਾਟ ਕੇਮ ਟੂ ਦੀ ਮਾਈਂਡ ਆਫ ਅ ਸਰਟਨ ਕਿੰਗ। ਇੱਕ ਕਿੰਗ ਦੇ ਮਨ ਵਿੱਚ ਵਿਚਾਰ ਆਇਆ। ਹੀ ਥਾਟ ਹੀ ਵੁੱਡ ਨੈਵਰ ਫੇਲ ਇਨ ਐਨੀਥਿੰਗ ਇਫ ਹੀ ਨਿਊ 3 ਥਿੰਗਸ। ਉਸਨੇ ਸੋਚਿਆ ਉਹ ਕਦੇ ਵੀ ਜ਼ਿੰਦਗੀ ਵਿੱਚ ਫੇਲ ਨਹੀਂ ਹੋਏਗਾ ਜੇਕਰ ਉਹਨੂੰ 3 ਚੀਜ਼ਾਂ ਦਾ ਪਤਾ ਲੱਗ ਜੇ। ਫਸਟ ਇਜ਼ ਰਾਈਟ ਟਾਈਮ, ਕਿਸੇ ਵੀ ਕੰਮ ਨੂੰ ਕਰਨ ਦਾ ਸਹੀ ਸਮਾਂ। ਦਾ ਰਾਈਟ ਪੀਪਲ, ਅਤੇ ਸਹੀ ਲੋਕ। ਦਾ ਮੋਸਟ ਇੰਪੋਰਟੈਂਟ ਥਿੰਗ ਟੂ ਡੂ, ਸਭ ਤੋਂ ਮਹੱਤਵਪੂਰਨ ਕੰਮ ਜ਼ਿੰਦਗੀ ਵਿੱਚ ਕਰਨ ਵਾਲਾ। ਦਾ ਕਿੰਗ ਸੈਂਟ ਮੈਸੇਂਜਰ ਥਰੂ ਆਊਟ ਇਸ ਕਿੰਗਡਮ। ਕਿੰਗ ਨੇ ਆਪਣੇ ਮੈਸੇਂਜਰਸ ਨੂੰ ਕਿੱਥੇ ਭੇਜ ਦਿੱਤਾ? ਕਿੰਗਡਮ ਦੇ ਵਿੱਚ ਇਹ ਮੈਸੇਜ ਲੈ ਕੇ। He promised a large sum of money to anyone who would answer these questions. ਉਹਨੇ ਪ੍ਰੋਮਿਸ ਕੀਤਾ ਕਿ ਉਹ ਬਹੁਤ ਵੱਡੇ ਬਹੁਤ ਲਾਰਜ ਮਤਲਬ ਬਹੁਤ ਮਨੀ ਦੇਗਾ ਰਿਵਾਰਡ ਦੇ ਵਿੱਚ ਜਿਹੜਾ ਇਹਨਾਂ ਆਨਸਰਸ ਨੂੰ ਲੱਭੇਗਾ। ਮੈਨੀ ਵਾਈਜ਼ ਮੈਨ ਕੇਮ ਟੂ ਦੀ ਕਿੰਗ ਵਿਦ ਦੇਅਰ ਆਨਸਰਸ। ਬਹੁਤ ਸਾਰੇ ਸਿਆਣੇ ਲੋਕ ਕਿੰਗ ਕੋਲੇ ਆਨਸਰ ਲੈ ਕੇ ਆਉਣ ਲੱਗੇ। ਬਟ ਦੇਅਰ ਆਨਸਰ ਵਰ ਆਲ ਡਿਫਰੈਂਟ। ਉਹਨਾਂ ਦੇ ਜਿਹੜੇ ਆਨਸਰ ਨੇ ਬਿਲਕੁਲ ਅਲੱਗ-ਅਲੱਗ ਨੇ। ਇਨ ਰਿਪਲਾਈ ਟੂ ਦੀ ਫਸਟ ਕੁਐਸਚਨ ਸਮ ਸੈਡ ਦੀ ਕਿੰਗ ਮਸਟ ਪ੍ਰਿਪੇਅਰ ਏ ਟਾਈਮ ਟੇਬਲ। ਇੱਕ ਨੇ ਕਿਹਾ ਕਿ ਕਿੰਗ ਨੂੰ ਟਾਈਮ ਟੇਬਲ ਬਣਾਉਣਾ ਚਾਹੀਦਾ। ਫੋਲੋ ਇਟ ਸਟ੍ਰਿਕਟਲੀ, ਇਸ ਨੂੰ ਪੂਰੀ ਸਖਤੀ ਨਾਲ ਮੰਨਣਾ ਚਾਹੀਦਾ। ਅਦਰ ਸੈਡ ਇਟ ਵਾਜ਼ ਇੰਪੋਸੀਬਲ ਟੂ ਡਿਸਾਈਡ ਇਨ ਐਡਵਾਂਸ ਦੀ ਰਾਈਟ ਟਾਈਮ ਫॉर ਐਵਰੀਥਿੰਗ। ਤਾਂ ਦੂਸਰੇ ਨੇ ਕਿਹਾ ਕਿ ਇਹ ਇੰਪੋਸੀਬਲ ਹੈ। Therefore, the king should notice everything and do whatever seemed necessary at that particular time. ਕਿੰਗ ਨੇ ਸਭ ਨੂੰ ਸੁਣਿਆ ਅਤੇ ਉਹਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਸਹੀ ਹੈ, ਕਰਨਾ ਚਾਹੀਦਾ ਹੈ। Yet other said the king should have a council of wise men. ਦੂਸਰਿਆਂ ਨੇ ਕਿਹਾ ਕਿ ਉਹਨੂੰ ਕਾਉਂਸਲ ਬਣਾਉਣੀ ਚਾਹੀਦੀ ਹੈ ਸਿਆਣੇ ਲੋਕਾਂ ਦੀ ਰਾਈਟ ਟਾਈਮ 'ਤੇ ਜਦੋਂ ਕੋਈ ਵੀ ਕੰਮ ਕਰਨਾ ਹੋਵੇ। ਸਮ ਅਦਰ ਸਾਈਡ ਦੀ ਕਿੰਗ ਮਸਟ ਹੈਵ ਮਜੀਸ਼ੀਅਨ। ਕਈ ਕਹਿੰਦੇ ਉਹਨਾਂ ਨੂੰ ਜਾਦੂਗਰਾਂ ਦੀ ਲੋੜ ਪਏਗੀ, ਉਹਨਾਂ ਨੂੰ ਸੱਦ ਲੈਣਾ ਚਾਹੀਦਾ ਹੈ। ਓਨਲੀ ਮਜੀਸ਼ੀਅਨ ਕੁਡ ਲੁੱਕ ਦਾ ਫਿਊਚਰ, ਕਿਉਂਕਿ ਮਜੀਸ਼ੀਅਨ ਹੀ ਫਿਊਚਰ ਜਾਣਦੇ ਨੇ। ਉਹ ਸਹੀ ਦੱਸ ਦਿਆ ਕਰਨਗੇ ਵੀ ਕਿਹੜੇ ਕੰਮ ਨੂੰ ਕਿਹੜੇ ਸਹੀ ਸਮੇਂ 'ਤੇ ਕਦੋਂ ਕਰਨਾ ਹੈ। ਇਕੁਅਲੀ ਡਿਫਰੈਂਟ ਵਰ ਦਾ ਆਨਸਰ ਟੂ ਦੀ ਸੈਕਿੰਡ ਕੁਐਸਚਨ। ਸਮ ਸੈਡ ਦੀ ਰਾਈਟ ਪੀਪਲ ਫੋਰ ਏ ਕਿੰਗ ਟੂ ਲਿਸਨ ਟੂ ਵਾਰਿਸ ਐਡਵਾਈਜ਼ਰਸ। ਕਈਆਂ ਨੇ ਕਿਹਾ ਕਿ ਉਹਨਾਂ ਨੂੰ ਐਡਵਾਈਜ਼ਰ ਰੱਖ ਲੈਣੇ ਚਾਹੀਦੇ ਨੇ, ਸਲਾਹਕਾਰ। ਅਦਰ ਸੈਡ ਇਸ ਸੋਲਜਰ ਵਰ ਵੈਰੀ ਇੰਪੋਰਟੈਂਟ ਫੋਰ ਹਿਮ। ਕਈਆਂ ਨੇ ਕਿਹਾ ਕਿ ਉਹਨਾਂ ਲਈ ਸੋਲਜਰ ਬਹੁਤ ਇੰਪੋਰਟੈਂਟ ਨੇ, ਉਹਨਾਂ ਨੂੰ ਰੱਖ ਲੈਣਾ ਚਾਹੀਦਾ। ਸੋ ਦੀ ਥਰਡ ਕੁਐਸਚਨ ਸਮ ਸੈਡ ਦੀ ਮੋਸਟ ਇੰਪੋਰਟੈਂਟ ਥਿੰਗ ਵਾਜ ਸਾਇੰਸ। ਅਦਰ ਸੈਡ ਇਹ ਜਿਹੜਾ ਪਹਿਲਾਂ ਪੜ੍ਹਿਆ ਸੈਕਿੰਡ ਕੁਐਸਚਨ ਦੇ ਆਨਸਰ ਸੀਗੇ। ਇਸ ਤੋਂ ਪਹਿਲਾਂ ਆਪਾਂ ਪੜ੍ਹਿਆ ਫਸਟ ਕੁਐਸਚਨ ਦੇ ਆਨਸਰ। ਹੁਣ ਆਪਾਂ ਪੜ੍ਹਾਂਗੇ ਥਰਡ ਕੁਐਸਚਨ ਦੇ ਆਨਸਰ ਲਈ ਵੀ ਜਿਹੜਾ ਇੰਪੋਰਟੈਂਟ ਥਿੰਗ ਹੈ ਉਹ ਕੀ ਹੈ? ਸਾਇੰਸ ਹੈ। ਸਾਇੰਸ ਦਾ ਸਹਾਰਾ ਲੈਣਾ ਚਾਹੀਦਾ। ਅੱਧਿਆਂ ਨੇ ਕਿਹਾ ਰਿਲੀਜਨ ਦਾ ਸਹਾਰਾ ਲੈਣਾ ਚਾਹੀਦਾ। ਆਲ ਦੀ ਆਨਸਰ ਵਰ ਸੋ ਡਿਫਰੈਂਟ। ਸਾਰਿਆਂ ਦੇ ਆਨਸਰ ਇੰਨੇ ਜ਼ਿਆਦਾ ਡਿਫਰੈਂਟ ਸੀ ਕਿ ਕਿੰਗ ਸੈਟਿਸਫਾਈਡ ਨਹੀਂ ਹੋਇਆ, ਨਾ ਹੀ ਉਹਨੇ ਕਿਸੇ ਨੂੰ ਰਿਵਾਰਡ ਦਿੱਤਾ। ਤਾਂ ਉਹਨੇ ਡਿਸਾਈਡ ਕੀਤਾ ਕਿ ਹੁਣ ਉਹ ਹਰਮਿਟ ਕੋਲੇ ਜਾਏਗਾ ਅਤੇ ਉਸ ਤੋਂ ਆਨਸਰ ਲੈ ਕੇ ਆਏਗਾ, ਜਿਹੜਾ ਕਿ ਆਪਣੀ ਸਿਆਣਪ ਲਈ ਬਹੁਤ ਮਸ਼ਹੂਰ ਸੀ। ਹੀ ਮੈਟ ਨਨ ਬਟ ਕਾਮਨ ਪੀਪਲ। ਪਰ ਜਿਹੜਾ ਉਹ ਹਰਮਿਟ ਹੈ ਉਹ ਕੀ ਕਰਦਾ ਹੈ? ਸਿਰਫ ਕਾਮਨ ਪੀਪਲ ਨੂੰ ਹੀ ਮਿਲਦਾ ਹੈ। ਸੋ ਦੀ ਕਿੰਗ ਪੁੱਟ ਔਨ ਵੈਰੀ ਸਿੰਪਲ ਕਲੋਥਸ। ਇਸ ਕਰਕੇ ਕਿੰਗ ਨੇ ਬਿਲਕੁਲ ਸਿੰਪਲ ਕੱਪੜੇ ਪਾਏ। ਬਿਫੋਰ ਰੀਚਿੰਗ ਦਾ ਹਰਮਿਟ ਹੱਟ 'ਤੇ ਜਾਣ ਤੋਂ ਪਹਿਲਾਂ ਹੀ ਗੋਟ ਆਫ ਇਸ ਹਾਰਸ। ਉਹਨਾਂ ਨੇ ਕੀ ਕੀਤਾ? ਆਪਣਾ ਹਾਰਸ ਦੂਰ ਹੀ ਰੋਕ ਦਿੱਤਾ। ਹੀ ਲੈਫਟ ਦੀ ਹਾਰਸ ਵਿਦ ਇਸ ਬੋਡੀਗਾਰਡ ਵੈਂਟ ਔਨ ਅਲੋਨ। ਉਹ ਆਪਣਾ ਹਾਰਸ ਬੋਡੀਗਾਰਡ ਕੋਲ ਛੱਡ ਕੇ ਇਕੱਲੇ ਹੱਟ ਨੂੰ ਚਲੇ ਗਏ। ਐਜ਼ ਦੀ ਕਿੰਗ ਕੇਮ ਨੀਅਰ ਦੀ ਹਰਮਿਟਸ ਹਟ ਹੀ ਸਾਹ ਦੀ ਹਰਮਿਟ ਡਿਗਿੰਗ ਦਾ ਗਰਾਊਂਡ ਇਨ ਫਰੰਟ ਆਫ ਹਿਸ ਹਟ।
ਡਿਗਿੰਗ ਮੀਨਸ ਖੁਦਾਈ ਕਰਨਾ, ਗਰਾਊਂਡ ਮੀਨਸ ਖੇਤੀ। ਖੇਤ ਦੀ ਕਰ ਰਹੇ ਸੀਗੇ, ਉਹ ਡਿਗਿੰਗ ਕਰ ਰਹੇ ਸੀ ਜਿਹੜੇ ਹਰਮਿਟ। ਜਦੋਂ ਕਿੰਗ ਉਹਨਾਂ ਕੋਲੇ ਪਹੁੰਚੇ, ਦ ਹਰਮਿਟ ਗ੍ਰੀਟਡ ਦਾ ਕਿੰਗ ਐਂਡ ਕੰਟੀਨਿਊ ਡਿਗਿੰਗ। ਹਰਮਿਟ ਨੇ ਕਿੰਗ ਨੂੰ ਦੇਖਿਆ ਤੇ ਕੰਟੀਨਿਊ ਡਿਗਿੰਗ ਸਟਾਰਟ ਕਰਤੀ। ਦ ਹਰਮਿਟ ਵਾਜ਼ ਓਲਡ ਐਂਡ ਵੀਕ ਐਜ਼ ਹੀ ਵਰਕਡ ਹੀ ਬ੍ਰੈਥ ਹੈਵਲੀ। ਬ੍ਰੈਥ ਹੈਵਲੀ ਮੀਨਸ ਉਸ ਦਾ ਸਾਹ ਕੰਮ ਕਰਦੇ ਤਾਂ ਬੜਾ ਫੁੱਲ ਰਿਹਾ ਸੀ। ਦੀ ਕਿੰਗ ਵੈਂਟ ਅਪ ਟੂ ਦੀ ਹਰਮਿਟ ਐਂਡ ਸੈਡ, ਓ ਵਾਈਜ਼ ਹਰਮਿਟ, ਆਈ ਹੈਵ ਕਮ ਟੂ ਨੋ ਫਰੋਮ ਯੂ ਦੀ ਆਂਸਰ ਟੂ 3 ਕੁਐਸਚਨ। ਕਿੰਗ ਨੇ ਕਿਹਾ ਕਿ ਉਹ ਹਰਮਿਟ, ਮੈਂ ਤੁਹਾਡੇ ਕੋਲੇ 3 ਕੁਐਸਚਨ ਦੇ ਆਂਸਰ ਲੈਣ ਆਇਆ। ਹਾਊ ਕੈਨ ਆਈ ਲਰਨ ਟੂ ਡੂ ਦੀ ਰਾਈਟ ਥਿੰਗ ਐਟ ਦੀ ਟਾਈਮ? Who are the most important people for me? What affairs need my first attention? ਉਹਨੇ ਤਿੰਨੇ ਕੁਐਸਚਨਸ ਜਿਹੜੇ ਆਪਾਂ ਸਟਾਰਟਿੰਗ ਦੇ ਵਿੱਚ ਪੜ੍ਹਦੇ ਹਾਂ ਲੈਸਨ ਦੇ ਵਿੱਚ, ਉਹ ਰਿਪੀਟ ਕੀਤੇ। ਦੀ ਹਰਮਿਟ ਲਿਸਨ ਟੂ ਦੀ ਕਿੰਗ ਬਟ ਸੈਡ ਨਥਿੰਗ। ਕਿੰਗ ਨੇ ਹਰਮਿਟ ਨੇ ਉਸ ਦੀ ਗੱਲ ਸੁਣੀ ਪਰ ਕਿਹਾ ਕੁਛ ਨਹੀਂ। ਹੀ ਵੈਂਟ ਔਨ ਡਿਗਿੰਗ, ਉਹ ਕੀ ਕਰਨ ਲੱਗ ਗਿਆ ਫਿਰ ਡਿਗਿੰਗ। ਯੂ ਆਰ ਟਾਇਰਡ ਸੈਡ ਦ ਕਿੰਗ, ਲੈਟ ਮੀ ਹੈਵ ਦ ਸਪੇਡ ਐਂਡ ਡਿਗ ਫੋਰ ਯੂ। ਤਾਂ ਫਿਰ ਕਿੰਗ ਨੇ ਕਿਹਾ ਕਿ ਤੁਸੀਂ ਬਹੁਤ ਥੱਕ ਚੁੱਕੇ ਹੋ, ਤਾਂ ਤੁਸੀਂ ਮੈਨੂੰ ਸਪੇਡ ਦਿਓ ਜਿਹਦੇ ਨਾਲ ਉਹ ਡਿਗਿੰਗ ਕਰ ਰਹੇ ਸੀ। ਹਥਿਆਰ ਹੈ ਇਹ ਸਪੇਡ। ਤਾਂ ਉਹ ਕਹਿੰਦੇ ਮੈਨੂੰ ਦਿਓ, ਮੈਂ ਤੁਹਾਡੀ ਹੈਲਪ ਕਰ ਦੂੰ। ਥੈਂਕਸ ਸੈਡ ਦ ਹਰਮਿਟ। ਹਰਮਿਟ ਨੇ ਕਿਹਾ ਕਿ ਥੈਂਕਸ। ਹੀ ਗੇਵ ਹਿਸ ਸਪੇਡ ਟੂ ਦੀ ਕਿੰਗ ਐਂਡ ਸੈਟ ਡਾਊਨ ਔਨ ਦਾ ਗਰਾਊਂਡ। ਹੁਣ ਕੀ ਕੀਤਾ ਉਹਨੇ, ਸਪੇਡ ਕਿੰਗ ਨੂੰ ਦੇਤਾ ਤੇ ਆਪ ਗਰਾਊਂਡ ਤੇ ਬੈਠ ਗਏ। ਕੌਣ? ਹਰਮਿਟ। ਵੈਨ ਦ ਕਿੰਗ ਹੈਡ ਡਗ 2 ਬੈਡ ਹੀ ਸਟੋਪਡ ਐਂਡ ਰਿਪੀਟਡ ਹਿਸ ਕੁਐਸਚਨ। ਥੋੜ੍ਹਾ ਉਹਨੇ ਜਦੋਂ ਖੁਦਾਈ ਕਰ ਲਈ ਤਾਂ 2 ਬੈਡਸ ਵਿੱਚ, ਤਾਂ ਫਿਰ ਉਹਨੇ ਕੀ ਕੀਤਾ, ਫਿਰ ਆਪਣਾ ਕੁਐਸਚਨ ਰਿਪੀਟ ਕੀਤਾ। ਸਟਿਲ ਦ ਹਰਮਿਟ ਗੇਵ ਨੋ ਆਂਸਰ, ਪਰ ਹਰਮਿਟ ਨੇ ਕੋਈ ਆਂਸਰ ਨਹੀਂ ਦਿੱਤਾ। ਹੀ ਸਟੂਡ ਅਪ, ਸਟ੍ਰੈਚ ਆਊਟ ਹਿਸ ਹੈਂਡਸ ਫੋਰ ਦਿਸ ਸਪੇਡ ਐਂਡ ਸੈਡ ਟੂ ਦੀ ਕਿੰਗ, ਯੂ ਕੈਨ ਰੈਸਟ ਫੋਰ ਏ ਵਾਈਲ ਐਂਡ ਲੈਟ ਮੀ ਵਰਕ। ਤਾਂ ਫਿਰ ਉਹਨੇ ਕੀ ਕੀਤਾ, ਸਪੇਡ ਉਹ ਤੋਂ ਲੈਣਾ ਚਾਹਿਆ ਕਿ ਤੁਸੀਂ ਮੈਨੂੰ ਦੇ ਦਿਓ। ਕਿ ਹਰਮਿਟ ਕਹਿੰਦੇ ਕਿ ਤੁਸੀਂ ਹੁਣ ਥੱਕ ਚੁੱਕੇ ਹੋ, ਤੁਸੀਂ ਰੈਸਟ ਕਰੋ, ਮੈਂ ਕੰਮ ਕਰਦਾ। ਬਟ ਦੀ ਕਿੰਗ ਡਿਡ ਨਾਟ ਗਿਵ ਹਿਮ ਦਾ ਸਪੇਡ, ਪਰ ਕਿੰਗ ਨੇ ਉਹਨਾਂ ਨੂੰ ਸਪੇਡ ਨਹੀਂ ਦਿੱਤਾ। ਹੀ ਕੰਟੀਨਿਊ ਡਿਗਿੰਗ ਫॉर ਅ ਲੌਂਗ ਟਾਈਮ, ਲਗਾਤਾਰ ਉਹ ਲੰਬੇ ਸਮੇਂ ਤੱਕ ਡਿਗਿੰਗ ਕਰਦੇ ਰਹੇ। ਕੌਣ? ਕਿੰਗ। ਦ ਸਨ ਹੈਡ ਗੋਨ ਡਾਊਨ ਬਿਹਾਈਂਡ ਦ ਟਰੀਜ਼, ਜਿਹੜਾ ਸਨ ਹੈ ਉਹ ਕੀ ਹੋ ਗਿਆ, ਟਰੀਜ਼ ਦੇ ਬਿਹਾਈਂਡ 'ਤੇ ਹੋ ਗਿਆ, ਮਤਲਬ ਕਿ ਸ਼ਾਮ ਹੋ ਗਈ। ਐਟ ਲਾਸਟ ਦਾ ਕਿੰਗ ਸਟੱਕ ਦਾ ਸਪੇਡ ਇਨਟੂ ਦਾ ਗਰਾਊਂਡ, ਫਿਰ ਕਿੰਗ ਨੇ ਜਿਹੜਾ ਸਪੇਡ ਆ ਉਹ ਗਰਾਊਂਡ 'ਤੇ ਰੱਖਿਆ। ਐਂਡ ਸੈਡ, ਓ ਵਾਈਜ਼ ਹਰਮਿਟ, ਆਈ ਕੇਮ ਟੂ ਯੂ ਨੋ ਦਾ ਆਂਸਰ ਟੂ ਮਾਈ ਕੁਐਸਚਨ, ਮੈਂ ਜਾਣਦਾ ਹਾਂ ਤੁਹਾਡੇ ਕੋਲ ਮੇਰੇ ਕੁਐਸਚਨ ਦੇ ਆਂਸਰ ਨੇ। ਇਫ ਯੂ ਹੈਵ ਨਨ ਟੂ ਗਿਵ ਪਲੀਜ਼ ਟੈਲ ਮੀ ਸੋ ਆਈ ਵਿਲ ਗੋ ਬੈਕ ਹੋਮ, ਇਟਸ ਗੈਟਿੰਗ ਲੇਟ। ਤਾਂ ਉਹਨਾਂ ਨੇ ਕਿੰਗ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਕੁਐਸਚਨਸ ਦੇ ਆਂਸਰ ਨਹੀਂ ਦੇਣੇ ਤਾਂ ਮੈਨੂੰ ਦੱਸ ਦਿਓ, ਮੈਂ ਲੇਟ ਹੋ ਰਿਹਾ ਹਾਂ, ਮੈਂ ਆਪਣੇ ਬੈਕ ਹੋਮ ਮਤਲਬ ਘਰ ਵਾਪਸ ਜਾਣਾ ਹੈ। ਹੇਅਰ ਕਮ ਸਮਵਨ ਰਨਿੰਗ ਸੈਡ ਦਾ ਹਰਮਿਟ, ਇੰਨੇ ਨੂੰ ਕੋਈ ਭੱਜਿਆ ਆ ਰਿਹਾ ਹਰਮਿਟ ਦੀ ਤਰਫ। ਦਾ ਕਿੰਗ ਟਰਨਡ ਰਾਊਂਡ ਸਾ ਏ ਬੀਅਰਡ ਮੈਨ, ਸੌਰੀ ਕਿ ਹਰਮਿਟ ਉਹਨੂੰ ਦੱਸਦੇ ਨੇ ਕਿ ਆਪਣੀ ਤਰਫ ਕੋਈ ਭੱਜਿਆ ਆ ਰਿਹਾ। ਦ ਕਿੰਗ ਟਰਨਡ ਰਾਊਂਡ ਐਂਡ ਸਾ ਏ ਬੀਅਰਡ ਮੈਨ ਰਨਿੰਗ ਟੂਵਰਡਸ ਦੈਮ। ਕਿੰਗ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਉਹ ਦੇਖਦਾ ਕਿ ਦਾੜੀ ਵਾਲਾ ਇੱਕ ਆਦਮੀ ਹੈ ਜਿਹੜਾ ਕਿ ਉਹਨਾਂ ਦੀ ਤਰਫ ਆ ਰਿਹਾ। ਹਿਸ ਹੈਂਡਸ ਵਰ ਪ੍ਰੈਸਡ ਅਗੇਂਸਟ ਹਿਸ ਸਟਮਕ, ਸਟਮਕ ਮੀਨਸ ਪੇਟ। ਉਸਨੇ ਪ੍ਰੈਸ ਕੀਤਾ ਹੋਇਆ ਆਪਣੇ ਹੈਂਡਸ ਦੇ ਨਾਲ ਕਿਹਨੂੰ, ਸਟਮਕ ਨੂੰ। ਵਿੱਚ ਬਲੱਡ ਵਾਸ ਫਲੋਇੰਗ, ਜਿਹਦੇ ਵਿੱਚੋਂ ਲਗਾਤਾਰ ਜਿਹੜਾ ਬਲੱਡ ਆ ਉਹ ਬਾਹਰ ਆ ਰਿਹਾ। ਵੈਨ ਹੀ ਰੀਚਡ ਦਾ ਕਿੰਗ ਹੀ ਫੇਂਟਡ ਐਂਡ ਫੈਲ ਟੂ ਦਾ ਗਰਾਊਂਡ, ਜਦੋਂ ਕਿੰਗ ਕੋਲ ਆਇਆ ਤਾਂ ਉਸਦੀ ਐਨਰਜੀ ਬਿਲਕੁਲ ਖਤਮ ਹੋ ਗਈ ਤਾਂ ਉਹ ਗਰਾਊਂਡ 'ਤੇ ਡਿੱਗ ਪਿਆ। ਦੀ ਕਿੰਗ ਐਂਡ ਦੀ ਹਰਮਿਟ ਰਿਮੂਵਡ ਦਾ ਮੈਨ ਕਲੋਥਿੰਗਸ ਫਾਊਂਡ ਏ ਲਾਰਜ ਵਾਊਂਡ ਇਨ ਹਿਸ ਸਟਮਕ, ਤਾਂ ਉਹਨਾਂ ਨੇ ਦੋਨਾਂ ਨੇ ਰਲ ਕੇ ਉਹਦੇ ਰਿਮੂਵ ਕੀਤੇ ਕਲੋਥ ਤੇ ਦੇਖਿਆ ਕਿ ਉਸਦੇ ਪੇਟ 'ਤੇ ਬਹੁਤ ਵੱਡਾ ਜ਼ਖਮ ਹੈ। ਦਾ ਕਿੰਗ ਵਾਸ਼ ਐਂਡ ਕਵਰ ਦਾ ਵਾਊਂਡ ਵਿਦ ਹਿਸ ਹੈਂਕਰਚੀਫ, ਕਿੰਗ ਨੇ ਆਪਣੇ ਹੈਂਕੀ ਨਾਲ ਉਸ ਦਾ ਜਿਹੜਾ ਜ਼ਖਮ ਆ ਉਹ ਠੀਕ ਕੀਤਾ। ਬਟ ਦਾ ਬਲੱਡ ਵੁੱਡ ਨਾਟ ਸਟੋਪ ਫਲੋਇੰਗ, ਪਰ ਜਿਹੜਾ ਬਲੱਡ ਆ ਉਹ ਲਗਾਤਾਰ ਚੱਲ ਰਿਹਾ ਹੈ। ਦੀ ਕਿੰਗ ਡਰੈਸਡ ਦਾ ਵਾਊਂਡ ਅਗੇਨ ਐਂਡ ਅਗੇਨ ਐਟ ਲਾਸਟ ਦੀ ਬਲੀਡਿੰਗ ਸਟੋਪ, ਕਿੰਗ ਲਗਾਤਾਰ ਉਸ ਦਾ ਜ਼ਖਮ ਸਾਫ਼ ਕਰ ਰਿਹਾ ਤੇ ਐਟ ਲਾਸਟ ਕੀ ਹੋਇਆ, ਜਿਹੜਾ ਬਲੱਡ ਆ ਉਹ ਨਿਕਲਣਾ ਬੰਦ ਹੋ ਗਿਆ। ਦੀ ਮੈਨ ਫੈਲਟ ਬੈਟਰ ਆਸਕ ਫੋਰ ਸਮਥਿੰਗ ਟੂ ਡਰਿੰਕ, ਮੈਨ ਹੁਣ ਅੱਛਾ ਫੀਲ ਕਰ ਰਿਹਾ ਸੀ
ਤਾਂ ਉਸਨੇ ਕੀ ਕੀਤਾ, ਕੁਛ ਪੀਣ ਲਈ ਮੰਗਿਆ। ਦੀ ਕਿੰਗ ਬ੍ਰੌਟ ਫਰੈਸ਼ ਵਾਟਰ ਗੇਵ ਇਟ ਟੂ ਹਿਮ, ਕਿੰਗ ਨੇ ਉਸਨੂੰ ਫਰੈਸ਼ ਵਾਟਰ ਦਿੱਤਾ। ਬਾਈ ਦਿਸ ਟਾਈਮ ਦਾ ਸਨ ਹੈਡ ਸੈਟ ਐਂਡ ਦਾ ਏਅਰ ਵਾਜ਼ ਕੂਲ, ਹੋ ਗਿਆ ਸਨ ਛੁਪ ਗਿਆ, ਮਤਲਬ ਅਸਤ ਹੋ ਗਿਆ ਸੂਰਜ। ਤਾਂ ਹੁਣ ਕੀ ਹੋਇਆ, ਜਿਹੜਾ ਏਅਰ ਆ ਠੰਡੀ ਹਵਾ ਚੱਲਣ ਲੱਗ ਗਈ। The king and the hermit carried the wounded man into the hut and laid him on the bed, ਉਹਨਾਂ ਨੇ ਦੋਨਾਂ ਨੇ ਉਸ ਨੂੰ ਬੈੱਡ 'ਤੇ ਅੰਦਰ ਹੱਟ 'ਤੇ ਲੈ ਗਏ ਅਤੇ ਲਿਟਾ ਦਿੱਤਾ। ਦੀ ਮੈਨ ਕਲੋਜ਼ਡ ਹਿਸ ਆਈਜ਼ ਐਂਡ ਲੇ ਕੁਆਇਟ, ਉਹ ਜਲਦੀ ਹੀ ਸ਼ਾਂਤ ਹੋ ਗਿਆ ਅਤੇ ਆਪਣੀ ਆਈਜ਼ ਕਲੋਜ਼ ਕਰ ਲਈਆਂ। ਦੀ ਕਿੰਗ ਵਾਜ਼ ਫੀਲਿੰਗ ਟਾਇਰਡ ਬਾਈ ਦੀ ਡੇਜ਼ ਡਿਗਿੰਗ, ਕਿੰਗ ਵੀ ਬਹੁਤ ਥੱਕ ਚੁੱਕਿਆ ਸੀਗਾ ਦਿਨ ਭਰ ਦੀ ਖੁਦਾਈ ਤੋਂ। ਹੀ ਲੇ ਡਾਊਨ ਔਨ ਦੀ ਫਲੋਰ ਐਂਡ ਸਲੈਪਟ ਆਲ ਨਾਈਟ, ਹੁਣ ਕੀ ਹੋ ਗਿਆ, ਉਹ ਵੀ ਨੀਚੇ ਗਰਾਊਂਡ ਫਲੋਰ 'ਤੇ ਸੌਂ ਗਿਆ ਅਤੇ ਉਸ ਸਾਰੀ ਰਾਤ ਸੁੱਤਾ ਰਿਹਾ। ਵੈਨ ਹੀ ਅਵੋਕ ਹੀ ਸਾਹ ਬੀਅਰਡ ਮੈਨ ਲੁਕਿੰਗ ਐਟ ਹਿਮ, ਜਦੋਂ ਸਵੇਰੇ ਉਸ ਨੂੰ ਜਾਗ ਆਈ ਤਾਂ ਬੀਅਰਡ ਮੈਨ ਲਗਾਤਾਰ ਉਸ ਵੱਲ ਦੇਖ ਰਿਹਾ ਸੀ। ਫੋਰਗਿਵ ਮੀ ਸੈਡ ਦਾ ਬੀਅਰਡ ਮੈਨ ਇਨ ਅ ਵੀਕ ਵਾਇਸ, ਇਹ ਬਹੁਤ ਕਮਜ਼ੋਰ ਵਾਇਸ ਦੇ ਵਿੱਚ ਬੀਅਰਡ ਮੈਨ ਨੇ ਕਿੰਗ ਨੂੰ ਕਿਹਾ ਕਿ ਤੁਸੀਂ ਮੈਨੂੰ ਮਾफ़ ਕਰ ਦਿਓ। ਆਈ ਡੋਂਟ ਨੋ ਯੂ, ਦੇਅਰ ਇਜ਼ ਨਥਿੰਗ ਟੂ ਫੋਰਗਿਵ ਯੂ ਫੋਰ ਸੈਡ ਦਾ ਕਿੰਗ, ਤਾਂ ਕਿੰਗ ਨੇ ਕਿਹਾ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਅਤੇ ਨਾ ਹੀ ਮੈਂ ਇਹ ਗੱਲ ਜਾਣਦਾ ਵੀ ਤੁਸੀਂ ਮੈਥੋਂ ਮਾफ़ੀ ਕਿਸ ਚੀਜ਼ ਲਈ ਮੰਗ ਰਹੇ ਹੋ। ਯੂ ਡੂ ਨਾਟ ਨੋ ਮੀ ਬਟ ਆਈ ਨੋ ਯੂ ਸੈਡ ਦਾ ਬੀਅਰਡ ਮੈਨ, ਬੀਅਰਡ ਮੈਨ ਨੇ ਕਿਹਾ ਤੁਸੀਂ ਚਾਹੇ ਮੈਨੂੰ ਨਹੀਂ ਜਾਣਦੇ ਬਟ ਮੈਂ ਤੁਹਾਨੂੰ ਜਾਣਦਾ। ਆਈ ਐਮ ਐਨ ਐਨੀਮੀ ਆਫ ਯੂਅਰਸ, ਐਨੀਮੀ ਮੀਨਸ ਦੁਸ਼ਮਣ। ਆਈ ਹੈਡ ਸਵੋਰਨ ਟੂ ਹੈਵ ਰਿਵੈਂਜ ਔਨ ਯੂ, ਮੈਂ ਤੇਰੇ ਤੋਂ ਬਦਲਾ ਲੈਣ, ਰਿਵੈਂਜ ਮੀਨਸ ਬਦਲਾ ਲੈਣ ਆਇਆ ਸੀ। ਬਿਕੋਜ਼ ਯੂ ਪੁੱਟ ਮਾਈ ਬ੍ਰਦਰ ਟੂ ਡੈਥ, ਕਿਉਂਕਿ ਤੁਸੀਂ ਮੇਰੇ ਬ੍ਰਦਰ ਨੂੰ ਮਾਰ ਦਿੱਤਾ ਸੀ ਅਤੇ ਉਸ ਦੀ ਸਾਰੀ ਪ੍ਰੋਪਰਟੀ ਖੋਹ ਲਈ ਸੀ। ਸੀਜ਼ਡ ਹੁੰਦਾ ਖੋਹਣਾ, ਜ਼ਬਤ ਕਰਨਾ। ਆਈ ਨਿਊ ਯੂ ਹੈਡ ਕਮ ਹੇਅਰ, ਮੈਨੂੰ ਪਤਾ ਸੀ ਤੁਸੀਂ ਇੱਥੇ ਆਏ ਹੋ। ਆਈ ਹੈਡ ਮੇਡ ਅਪ ਮਾਈ ਮਾਈਂਡ ਟੂ ਕਿਲ ਯੂ ਔਨ ਯੂਅਰ ਵੇ ਬੈਕ, ਮੈਂ ਆਪਣਾ ਮਾਈਂਡ ਬਣਾ ਲਿਆ ਸੀ ਕਿ ਮੈਂ ਤੁਹਾਨੂੰ ਮਾਰ ਦੇਵਾਂਗਾ ਜਦੋਂ ਤੁਸੀਂ ਵਾਪਸੀ ਜਾਓਗੇ। ਬਟ ਦਾ ਡੇ ਪਾਸਡ ਯੂ ਡਿਡ ਨਾਟ ਰਿਟਰਨ, ਤੁਸੀਂ ਵਾਪਸ ਨਹੀਂ ਆਏ, ਸਾਰਾ ਦਿਨ ਚਲਾ ਗਿਆ। ਵੈਨ ਆਈ ਕੇਮ ਆਊਟ ਆਫ ਮਾਈ ਹਿਡਿੰਗ ਪਲੇਸ ਯੂਅਰ ਬੋਡੀਗਾਰਡ ਰਿਕੋਗਨਾਈਜ਼ਡ ਮੀ ਐਂਡ ਵਾਂਟਡ ਮੀ, ਜਦੋਂ ਮੈਂ ਆਪਣੀ ਛੁਪੀ ਹੋਈ ਪਲੇਸ ਤੋਂ ਵਾਪਸ ਨਿਕਲ ਰਿਹਾ ਸੀ ਤਾਂ ਤੁਹਾਡੇ ਬੋਡੀਗਾਰਡ ਨੇ ਮੈਨੂੰ ਪਛਾਣ ਲਿਆ, ਰਿਕੋਗਨਾਈਜ਼ਡ ਪਛਾਣ ਲਿਆ ਅਤੇ ਮੈਨੂੰ ਜ਼ਖਮੀ ਕਰ ਦਿੱਤਾ। ਆਈ ਸਕੇਮ ਫਰੋਮ ਹਿਮ, ਮੈਂ ਉਸ ਤੋਂ ਛੁਟਕਾਰਾ ਪਾਇਆ ਹੈ। ਬਟ ਆਈ ਵੁੱਡ ਹੈਵ ਡਾਈਡ ਇਫ ਯੂ ਹੈਡ ਨਾਟ ਡਰੈਸਡ ਮਾਈ ਵਾਊਂਡਸ, ਜੇ ਤੁਸੀਂ ਮੇਰਾ ਜ਼ਖਮ ਸਾਫ਼ ਨਾ ਕਲੀਅਰ ਕਰਦੇ, ਨਾ ਮੇਰੀ ਸੰਭਾਲ ਕਰਦੇ ਤਾਂ ਮੈਂ ਮਰ ਜਾਣਾ ਸੀ। ਆਈ ਵਿਸ਼ ਟੂ ਕਿਲ ਯੂ ਬਟ ਯੂ ਹੈਵ ਸੇਵ ਮਾਈ ਲਾਈਫ, ਮੈਂ ਤੁਹਾਨੂੰ ਮਾਰਨ ਦੀ ਇੱਛਾ ਰੱਖਦਾ ਸੀ ਪਰ ਤੁਸੀਂ ਮੇਰੀ ਜਾਨ ਬਚਾਈ। ਨਾਓ ਇਫ ਆਈ ਲਿਵ ਆਈ ਵਿਲ ਸਰਵ ਯੂ ਐਜ਼ ਯੂਅਰ ਮੋਸਟ ਫੇਥਫੁਲ ਸਰਵੈਂਟ, ਜੇਕਰ ਮੈਂ ਜਿੰਦਾ ਰਿਹਾ ਤਾਂ ਮੈਂ ਤੁਹਾਡਾ ਬਿਲਕੁਲ ਵਫਾਦਾਰ ਸਰਵੈਂਟ ਬਣੂੰਗਾ। ਪਲੀਜ਼ ਫੋਰਗਿਵ ਮੀ। ਦਾ ਕਿੰਗ ਵਾਜ਼ ਵੈਰੀ ਹੈਪੀ ਟੂ ਵਨ ਐਨ ਐਨੀਮੀ ਸੋ ਈਜ਼ੀਲੀ ਐਜ਼ ਏ ਫਰੈਂਡ, ਕਿੰਗ ਬਹੁਤ ਖੁਸ਼ ਹੋਇਆ ਕਿ ਉਸਨੇ ਇੱਕ ਐਨੀਮੀ ਨੂੰ ਬੜੀ ਆਸਾਨੀ ਨਾਲ ਫਰੈਂਡ ਬਣਾ ਲਿਆ ਸੀ। He forgave him and said that he would send his own doctor to look after him. He also promised to give him back his property. ਹੁਣ ਉਹਨਾਂ ਨੇ ਉਸ ਨੂੰ ਮਾफ़ ਵੀ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਤੁਹਾਡਾ ਜ਼ਖਮ ਦੇਖਣ ਲਈ, ਤੁਹਾਡੀ ਸਿਹਤ ਦਾ ਧਿਆਨ ਰੱਖਣ ਲਈ ਡਾਕਟਰ ਨੂੰ ਤੁਹਾਡੇ 'ਤੇ ਰੱਖੇਗਾ। ਲੁੱਕ ਆਫਟਰ ਹਿਮ ਐਂਡ ਹੀ ਆਲਸੋ ਪ੍ਰੋਮਿਸ, ਉਸਨੇ ਇਹ ਵੀ ਪ੍ਰੋਮਿਸ ਕੀਤਾ ਕਿ ਉਹ ਤੁਹਾਡੀ ਸਾਰੀ ਜਿਹੜੀ ਪ੍ਰੋਪਰਟੀ ਆ ਉਹ ਵਾਪਸ ਲੁਟਾ ਦੇਵੇਗਾ। ਲੀਵਿੰਗ ਦਾ ਵਾਊਂਡਡ ਮੈਨ, ਦਾ ਕਿੰਗ ਵੈਂਟ ਆਊਟ ਆਫ ਦਾ ਹਟ, ਹੁਣ ਉਸ ਜ਼ਖਮੀ ਮੈਨ ਨੂੰ ਛੱਡ ਕੇ ਜਿਹੜਾ ਕਿੰਗ ਆ ਉਹ ਹੱਟ ਤੋਂ ਬਾਹਰ ਆ ਗਏ। ਹੀ ਲੁਕਡ ਰਾਊਂਡ ਫੋਰ ਦਾ ਹਰਮਿਟ, ਹਰਮਿਟ ਨੂੰ ਦੇਖ ਰਹੇ ਸੀ। ਬਿਫੋਰ ਗੋਇੰਗ ਬੈਕ ਹੀ ਵਿਸ਼ਡ ਵਨਸ ਮੋਰ ਟੂ ਆਸਕ ਦਾ ਹਰਮਿਟ ਫੋਰ ਆਨਸਰ ਫੋਰ ਇਸ ਕੁਐਸਚਨ, ਫਿਰ ਉਹਨਾਂ ਨੇ ਵਿਸ਼ ਕੀਤੀ ਕਿ ਮੇਰੇ ਆਨਸਰ ਮਿਲ ਜਾਣ ਮੈਨੂੰ। ਦਾ ਹਰਮਿਟ ਵਾਜ਼ ਸੋਇੰਗ ਸੀਡਸ ਇਨ ਦੀ ਬੇਟਸ ਦੈਟ ਹੈਡ ਬੀਨ ਡਗ ਦਾ ਡੇ ਬਿਫੋਰ, ਜਿਹੜੇ ਇੱਕ ਦਿਨ ਪਹਿਲਾਂ ਉਹਨਾਂ ਨੇ ਡਿਗਿੰਗ ਕੀਤੀ ਸੀ ਜਿੱਥੇ, ਹੁਣ ਉੱਥੇ ਹਰਮਿਟ ਬੀਜ ਬੋ ਰਹੇ ਸੀ। ਸੋਇੰਗ ਹੁੰਦਾ ਬੀਜ ਬੋਣਾ, ਸੀਡਸ ਮੀਨਸ ਬੀਜ। ਦਾ ਕਿੰਗ ਵੈਂਟ ਅਪ ਟੂ ਦੀ ਹਰਮਿਟ ਐਂਡ ਸੈਡ, ਓ ਵਾਈਜ਼ ਹਰਮਿਟ ਫੋਰ ਦੀ ਲਾਸਟ ਟਾਈਮ ਆਈ ਬੈਗ ਟੂ ਯੂ ਆਨਸਰ ਮਾਈ ਕੁਐਸਚਨ, ਯੂਅਰ ਕੁਐਸਚਨ ਹੈਵ ਆਲਰੇਡੀ ਬੀਨ ਆਨਸਰ, ਤਾਂ ਕਿੰਗ ਨੇ ਕਿਹਾ ਤੁਹਾਨੂੰ ਕੁਐਸਚਨਸ ਦੇ ਆਨਸਰ ਆਲਰੇਡੀ ਮਿਲ ਚੁੱਕੇ ਨੇ। ਸੈਡ ਦਾ ਹਰਮਿਟ, ਹਰਮਿਟ ਨੇ ਉਹਨਾਂ ਦੀ ਗੱਲ ਨੂੰ ਕਿਹਾ ਕਿ ਤੁਹਾਨੂੰ ਆਨਸਰ ਮਿਲ ਚੁੱਕੇ ਨੇ ਪਹਿਲੇ ਹੀ। ਹੈਵ ਯੂ ਲੁੱਕ ਯੈਸ ਲੁੱਕ ਹੇਅਰ ਰਿਪਲਾਈਡ ਦਾ ਹਰਮਿਟ, ਤਾਂ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਯੈਸ ਲੁੱਕ ਹੇਅਰ, ਤੁਸੀਂ ਇੱਧਰ ਦੇਖੋ, ਹਰਮਿਟ ਰਿਪਲਾਈ ਕਰ ਰਿਹਾ। ਇਫ ਯੂ ਹੈਡ ਨਾਟ ਹੈਲਪ ਮੀ ਜੈਸਟਰਡੇ,
had not dug these weeds for me, you would have gone away. ਜੇਕਰ ਤੁਸੀਂ ਕੱਲ ਮੇਰੀ ਹੈਲਪ ਨਾ ਕਰਦੇ, ਡਿਗਿੰਗ ਨਾ ਕਰਦੇ, ਤਾਂ ਤੁਸੀਂ ਕੱਲ ਚਲੇ ਜਾਣਾ ਸੀ। then that man would have attacked you. ਉਸ ਆਦਮੀ ਨੇ ਤੁਹਾਡੇ ਤੇ ਅਟੈਕ ਕਰ ਦੇਣਾ ਸੀ। then you would have wished you had stay here with me. ਇਹ ਤੁਹਾਡਾ ਮੇਰੇ ਕੋਲੇ ਰੁਕਣਾ, ਠੀਕ ਹੈ, ਇਹ ਕੱਲ੍ਹ ਵਾਲਾ, ਇਹ ਤੁਹਾਡਾ ਸਭ ਤੋਂ ਵਧੀਆ ਟਾਈਮ ਸੀ। ਸੋ ਦੀ ਮੋਸਟ ਇੰਪੋਰਟੈਂਟ ਟਾਈਮ ਵੈਨ ਯੂ ਆਰ ਹੈਲਪਿੰਗ ਮੀ, ਜਦੋਂ ਤੁਸੀਂ ਮੇਰੀ ਹੈਲਪ ਕਰ ਰਹੇ ਸੀ ਕੱਲ੍ਹ, ਇਹ ਤੁਹਾਡਾ ਬਹੁਤ ਇੰਪੋਰਟੈਂਟ ਟਾਈਮ ਸੀ। ਡਿਗਿੰਗ ਦਾ ਵੀਡਸ ਫॉर ਮੀ ਐਂਡ ਆਈ ਵਾਜ਼ ਦਾ ਮੋਸਟ ਇੰਪੋਰਟੈਂਟ ਮੈਨ ਐਟ ਦੈਟ ਟਾਈਮ, ਅਤੇ ਮੈਂ ਤੁਹਾਡੇ ਲਈ ਸਭ ਤੋਂ ਮੋਸਟ ਇੰਪੋਰਟੈਂਟ ਮੈਨ ਸੀਗਾ। ਟੂ ਡੂ ਮੀ ਗੁੱਡ ਵਾਜ਼ ਯੂਅਰ ਇੰਪੋਰਟੈਂਟ ਬਿਜ਼ਨਸ, ਮੇਰੇ ਲਈ ਕੰਮ ਕਰਨਾ ਤੁਹਾਡਾ ਸਭ ਤੋਂ ਇੰਪੋਰਟੈਂਟ ਬਿਜ਼ਨਸ ਸੀ। ਲੇਟਰ ਵੈਨ ਦੈਟ ਮੈਨ ਕੇਮ ਰਨਿੰਗ ਟੂ ਅਸ, ਦਾ ਮੋਸਟ ਇੰਪੋਰਟੈਂਟ ਟਾਈਮ ਵਾਜ਼ ਵੈਨ ਯੂ ਆਰ ਨਰਸਿੰਗ ਹਿਮ। ਜਦੋਂ ਮੈਨ ਆਪਣੇ ਵੱਲ ਭੱਜਿਆ ਆ ਰਿਹਾ ਸੀ, ਸਭ ਤੋਂ ਇੰਪੋਰਟੈਂਟ ਟਾਈਮ ਇਹ ਸੀ ਕਿ ਤੁਸੀਂ ਜਦੋਂ ਉਸ ਨੂੰ ਨਰਸਿੰਗ ਕਰ ਰਹੇ ਸੀ। ਇਫ ਯੂ ਹੈਡ ਨਾਟ ਡਰੈਸਡ ਇਜ਼ ਫਾਊਂਡ ਹੀ ਵੁੱਡ ਹੈਵ ਡਾਈਡ, ਜੇਕਰ ਤੁਸੀਂ ਉਸ ਦੀ ਹੈਲਪ ਨਾ ਕਰਦੇ ਤਾਂ ਉਸਨੇ ਮਰ ਜਾਣਾ ਸੀ। ਯੂ ਕੁਡ ਨਾਟ ਹੈਵ ਵਨ ਹਿਮ ਐਜ਼ ਏ ਫਰੈਂਡ, ਅਤੇ ਤੁਸੀਂ ਉਸ ਨੂੰ ਕਦੇ ਵੀ ਫਰੈਂਡ ਬਣਾਉਣ 'ਚ ਸਫਲ ਨਹੀਂ ਹੋਣਾ ਸੀ। ਸੋ ਹੀ ਵਾਜ਼ ਦੀ ਮੋਸਟ ਇੰਪੋਰਟੈਂਟ ਪਰਸਨ ਐਟ ਦੈਟ ਟਾਈਮ, ਉਸ ਟਾਈਮ ਉਹ ਤੁਹਾਡੇ ਲਈ ਸਭ ਤੋਂ ਮੈਨ ਇੰਪੋਰਟੈਂਟ ਸੀਗਾ। ਬਟ ਯੂ ਡਿਡ ਫੋਰ ਹਿਮ ਵਾਜ਼ ਯੂਅਰ ਇੰਪੋਰਟੈਂਟ ਬਿਜ਼ਨਸ, ਅਤੇ ਉਹਦੇ ਲਈ ਕੰਮ ਕਰਨਾ ਇਹ ਤੁਹਾਡੇ ਤੋਂ ਸਭ ਤੋਂ ਇੰਪੋਰਟੈਂਟ ਤੁਹਾਡਾ ਬਿਜ਼ਨਸ ਸੀ। ਰਿਮੈਂਬਰ ਦੇਅਰ ਇਜ਼ ਓਨਲੀ ਵਨ ਟਾਈਮ ਦੈਟ ਇਜ਼ ਇੰਪੋਰਟੈਂਟ, ਦੈਟ ਟਾਈਮ ਇਜ਼ ਨਾਓ। ਯਾਦ ਰੱਖੋ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਟਾਈਮ ਹੈ ਹੁਣ ਦਾ। ਇਟ ਇਜ਼ ਦਾ ਮੋਸਟ ਇੰਪੋਰਟੈਂਟ ਟਾਈਮ ਬਿਕੋਜ਼ ਇਟ ਇਜ਼ ਓਨਲੀ ਨਾਓ ਵੈਨ ਵੀ ਹੈਵ ਐਨੀ ਪਾਵਰ ਟੂ ਐਕਟ, ਕੋਈ ਵੀ ਪਾਵਰ ਲੈਣ ਦੇ ਲਈ, ਕੋਈ ਵੀ ਕੰਮ ਕਰਨ ਦੇ ਲਈ ਸ਼ਕਤੀ ਹੈ ਜਿਹੜੀ, ਉਹ ਇਹ ਟਾਈਮ ਸਾਡੇ ਲਈ ਇੰਪੋਰਟੈਂਟ ਨਾਓ, ਮਤਲਬ ਕਿ ਪ੍ਰੈਜੈਂਟ ਟਾਈਮ ਹੈ ਜੋ ਚੱਲ ਰਿਹਾ ਹੈ। ਦੀ ਮੋਸਟ ਪਰਸਨ ਇਜ਼ ਵਨ ਵਿਦ ਹੂਮ ਯੂ ਆਰ ਐਟ ਏ ਪਰਟੀਕੂਲਰ ਮੂਮੈਂਟ, ਜਿਹੜੇ ਇਨਸਾਨ ਨਾਲ ਤੁਸੀਂ ਕਿਸੇ ਖਾਸ ਮੂਮੈਂਟ 'ਤੇ ਮਿਲਦੇ ਹੋ ਉਹ ਤੁਹਾਡੇ ਲਈ ਇੰਪੋਰਟੈਂਟ ਵਿਅਕਤੀ ਹੈ। ਯੂ ਨੈਵਰ ਨੋ ਵਟ ਵਿਲ ਹੈਪਨ ਇਨ ਦੀ ਫਿਊਚਰ, ਤੁਹਾਨੂੰ ਨਹੀਂ ਪਤਾ ਫਿਊਚਰ ਦੇ ਵਿੱਚ ਕੀ ਹੋ ਜਾਵੇ। ਯੂ ਡੋਂਟ ਨੋ ਵੈਦਰ ਯੂ ਵਿਲ ਐਵਰ ਮੀਟ ਦੈਟ ਮੈਨ ਅਗੇਨ ਔਰ ਨੋਟ, ਤੁਹਾਨੂੰ ਨਹੀਂ ਪਤਾ ਤੁਸੀਂ ਉਸ ਤੋਂ ਬਾਅਦ ਕਦੇ ਉਸ ਨੂੰ ਫਿਊਚਰ 'ਚ ਪਰਟੀਕੂਲਰ ਇਨਸਾਨ ਨੂੰ ਮਿਲੋਗੇ ਜਾਂ ਨਹੀਂ ਮਿਲੋਗੇ। ਦਾ ਇੰਪੋਰਟੈਂਟ ਬਿਜ਼ਨਸ ਇਜ਼ ਟੂ ਡੂ ਦੈਟ ਪਰਸਨ ਗੁੱਡ, ਜਦੋਂ ਕੋਈ ਤੁਹਾਨੂੰ ਇਨਸਾਨ ਮਿਲ ਗਿਆ ਤਾਂ ਉਹੀ ਤੁਹਾਡੇ ਲਈ ਖਾਸ ਆਦਮੀ ਹੈ। ਐਂਡ ਫੋਰ ਦਿਸ ਪਰਪਸ ਅਲੋਨ ਮੈਨ ਵਾਜ਼ ਸੈਂਟ ਇਨ ਟੂ ਦਿਸ ਵਰਲਡ, ਤਾਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਇੰਪੋਰਟੈਂਟ ਸਾਡੇ ਲਈ ਸਮਾਂ ਪ੍ਰੈਜੈਂਟ ਦਾ ਹੈ। ਜਿਹੜੇ ਵੀ ਇਨਸਾਨ ਨੂੰ ਅਸੀਂ ਮਿਲਦੇ ਹਾਂ, ਜਿਹਦੀ ਹੈਲਪ ਕਰਦੇ ਹਾਂ, ਉਹੀ ਸਾਡੇ ਲਈ ਸਭ ਤੋਂ ਇੰਪੋਰਟੈਂਟ ਮੈਨ ਹੈ। ਅਤੇ